ਵੈਲਕਮ ਬੈਕ ਟੂ ਮੈਂਟਰ ਦਲਜੀਤ ਟੈਕ ਅਕੈਡਮੀ ਔਰ ਅੱਜ ਅਸੀਂ ਕਰਨ ਜਾ ਰਹੇ ਹਾਂ ਜਾਵਾਸਕ੍ਰਿਪਟ ਨੂੰ ਪ੍ਰੈਕਟੀਕਲੀ। ਸੋ ਜਾਵਾਸਕ੍ਰਿਪਟ ਦਾ ਫਰਸਟ ਲੈਸਨ ਜਿਹੜਾ ਕਿ ਅਸੀਂ ਪ੍ਰੈਕਟੀਕਲੀ ਸਟਾਰਟ ਕਰਨਾ ਹੈ, ਇਸ ਲਈ VS ਕੋਡ ਦੇ ਉੱਪਰ ਅਸੀਂ ਕੰਮ ਕਰਾਂਗੇ। ਔਰ ਅਗਰ ਤੁਸੀਂ VS ਕੋਡ ਨਹੀਂ ਇੰਸਟਾਲ ਕੀਤਾ ਹੋਇਆ ਪ੍ਰੀਵੀਅਸ ਵੀਡੀਓਜ਼ ਨੂੰ ਦੇਖਦੇ ਹੋਏ, ਯੂ ਕੈਨ ਫੋਲੋ ਦ ਸਟੈਪਸ ਟੂ ਇੰਸਟਾਲ VS ਕੋਡ। ਸੋ ਮੈਂ VS ਕੋਡ ਓਪਨ ਕਰ ਲਿਆ ਹੈ ਔਰ ਇਸ ਦੇ ਵਿੱਚ ਹੀ ਅਸੀਂ ਇੱਕ ਨਿਊ ਫਾਈਲ ਕ੍ਰੀਏਟ ਕਰਨ ਜਾ ਰਹੇ ਹਾਂ ਜੋ ਕਿ ਹੋਏਗੀ ਸਾਡੀ ਨਾਰਮਲ HTML ਫਾਈਲ। ਸੋ HTML ਫਾਈਲ ਸਿੰਪਲ ਜੋ ਅਸੀਂ ਯੂਜ਼ ਕਰਦੇ ਹਾਂ, ਅਸੀਂ ਉਸ ਤਰ੍ਹਾਂ ਦੀ ਹੀ ਇੱਕ ਫਾਈਲ ਕ੍ਰੀਏਟ ਕਰਾਂਗੇ। ਔਰ ਅੱਜ ਦਾ ਲੈਸਨ ਨੂੰ ਮੈਂ lesson 26.html ਦੇ ਨਾਲ ਹੀ ਸੇਵ ਕਰ ਰਹੀ ਹਾਂ। ਸੋ lesson 26.html ਸਭ ਤੋਂ ਪਹਿਲੇ ਅਸੀਂ ਬੋਇਲਰ ਪਲੇਟ ਲੈ ਕੇ ਆਵਾਂਗੇ ਯੂਜ਼ਿੰਗ exclamation mark and tab key। ਨਾਓ ਦਿਸ ਇਜ਼ ਹੇਅਰ ਦ ਸਟਰਕਚਰ ਆਫ HTML ਡਾਕੂਮੈਂਟ ਸਾਡੇ ਕੋਲ ਆ ਗਿਆ ਹੈ ਔਰ ਅੱਜ ਅਸੀਂ ਲਿਖਣਾ ਹੈ ਆਪਣਾ ਫਰਸਟ ਲਾਈਨ ਆਫ ਜਾਵਾਸਕ੍ਰਿਪਟ ਕੋਡ। ਸਭ ਤੋਂ ਪਹਿਲੇ ਤੇ ਇਹ ਦੇਖਣਾ ਹੈ ਕਿ ਜਾਵਾਸਕ੍ਰਿਪਟ ਦਾ ਕੋਡ ਕਿਸ ਜਗ੍ਹਾ ਤੇ ਲਿਖਿਆ ਜਾਂਦਾ ਹੈ ਔਰ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਐਗਜ਼ੀਕਿਊਟ ਕਰਦੇ ਹਾਂ। ਸੋ ਜਾਵਾਸਕ੍ਰਿਪਟ ਦਾ ਕੋਡ ਅਸੀਂ ਬਾਡੀ ਸੈਕਸ਼ਨ ਦੇ ਵਿੱਚ ਵੀ ਲਿਖ ਸਕਦੇ ਹਾਂ, ਹੈਡ ਸੈਕਸ਼ਨ ਦੇ ਵਿੱਚ ਵੀ ਲਿਖ ਸਕਦੇ ਹਾਂ। ਅਗਰ ਅਸੀਂ ਇੰਟਰਨਲ ਜਾਵਾਸਕ੍ਰਿਪਟ ਯੂਜ਼ ਕਰਦੇ ਹਾਂ ਤਾਂ ਅਸੀਂ ਜਾਵਾਸਕ੍ਰਿਪਟ ਦਾ ਕੋਡ ਹੈਡ ਸੈਕਸ਼ਨ ਜਾਂ ਬਾਡੀ ਸੈਕਸ਼ਨ ਕਿਸੇ ਵੀ ਜਗ੍ਹਾ ਤੇ ਲਿਖ ਸਕਦੇ ਹਾਂ। So let's start writing the JavaScript code in head section। ਜਦੋਂ ਅਸੀਂ JavaScript ਦਾ ਕੋਡ ਲਿਖਣਾ ਹੈ ਤਾਂ ਅਸੀਂ script tag ਯੂਜ਼ ਕਰਨਾ ਹੈ ਔਰ script tag ਦੇ ਅੰਦਰ ਅਸੀਂ ਜਿਹੜੀ ਵੀ ਕੋਡਿੰਗ ਲਿਖਾਂਗੇ ਇਹ JavaScript ਦੀ ਹੋਏਗੀ। Now a simple line of code is alert। alert ਕੀ ਹੈ ਕਿ ਇਹ ਇੱਕ ਪੌਪਅਪ ਮੈਸੇਜ ਦੇਗਾ ਜੋ ਕਿ ਸਾਡੀ ਸਕਰੀਨ ਦੇ ਉੱਪਰ ਪੌਪਅਪ ਹੋ ਜਾਏਗਾ ਔਰ ਉਹ ਮੈਸੇਜ ਜੋ ਵੀ ਤੁਸੀਂ ਦੇਣਾ ਚਾਹੁੰਦੇ ਹੋ ਉਸ ਨੂੰ ਡਬਲ ਕੋਟਸ ਦੇ ਵਿੱਚ ਲਿਖ ਲਓ। The first line is alert। alert ਦੇ ਵਿੱਚ ਅਸੀਂ ਇੱਕ ਮੈਸੇਜ ਪੌਪਅਪ ਕਰਵਾ ਰਹੇ ਹਾਂ। So let's assume I'm writing here welcome to JavaScript। So ਇਹ ਹੈ ਉਹ ਮੈਸੇਜ ਜੋ ਅਸੀਂ ਆਪਣੀ ਵੈਬਸਾਈਟ ਦੇ ਪੇਜ ਦੇ ਉੱਪਰ ਪੌਪਅਪ ਕਰਵਾਉਣਾ ਚਾਹੁੰਦੇ ਹਾਂ। ਉਸ ਦੇ ਲਈ ਅਸੀਂ alert ਫੰਕਸ਼ਨ ਨੂੰ ਯੂਜ਼ ਕੀਤਾ ਹੈ। So ਇਸ ਨੂੰ ਰਨ ਕਰਕੇ ਦੇਖਣ ਦੇ ਲਈ we will execute our web page। So whenever this web page will open, you will find out this message welcome to JavaScript। और अगर ਅਸੀਂ refresh करिए इस पेज ਨੂੰ then again you will find this message। This is the alert or the pop-up message। Same जगह ਤੇ चाहे ਅਸੀਂ ਕਿਸੇ ਵੀ browser ਚ run करिए our JavaScript code will get executed automatically क्योंकि जो JavaScript ਦਾ ਕੋਡ ਹੈ ਸਾਡੇ browser ਦੇ ਵਿੱਚ ਹੀ ਰਨ ਹੋ ਰਿਹਾ ਹੈ। After this important thing is ਕਿ go to inspect ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ console। You can also write your JavaScript code here and execute it। For example, same मैं ਇੱਥੇ ਦੁਬਾਰਾ ਤੋਂ alert ਲਿਖ ਰਹੀ ਹਾਂ and this alert is this is console। So this is console ਇਹ ਚੀਜ਼ ਹੈ ਜੋ ਅਸੀਂ ਪ੍ਰਿੰਟ ਕਰਾਉਣਾ ਚਾਹੁੰਦੇ ਹਾਂ। Now this is console। When you will run this you will find out ਕਿ ਜੋ ਆਉਟਪੁੱਟ ਜੋ ਮੈਸੇਜ ਤੁਸੀਂ ਇਸ ਜਗ੍ਹਾ ਤੇ ਲਿਖ ਰਹੇ ਸੀ ਉਹ ਇੱਥੇ ਐਗਜ਼ੀਕਿਊਟ ਹੋ ਰਿਹਾ ਹੈ। So we can also write the JavaScript code in the console। ਪਹਿਲਾ ਮੈਥਡ ਅਸੀਂ ਦੇਖਿਆ ਕਿ JavaScript ਦਾ ਕੋਡ ਅਸੀਂ ਹੈਡ ਸੈਕਸ਼ਨ ਦੇ ਅੰਦਰ script tag ਦੇ ਅੰਦਰ ਲਿਖ ਸਕਦੇ ਹਾਂ। We can also write the JavaScript code in console। ਪਰ yes ਜਦੋਂ ਵੀ ਅਸੀਂ ਆਪਣੇ ਬ੍ਰਾਊਜ਼ਰ ਨੂੰ ਰੀਫਰੈਸ਼ ਕਰਾਂਗੇ at that time ਜੋ ਸਾਡਾ console ਦਾ ਮੈਸੇਜ ਸੀ ਜਾਂ console ਦੀ ਕੋਡਿੰਗ ਸੀ ਉਹ disappear ਹੋ ਜਾਏਗੀ। For that reason ਅਸੀਂ ਆਪਣਾ ਜੋ ਕੋਡ ਹੈ ਉਹ script section ਦੇ ਅੰਦਰ ਹੀ ਲਿਖਦੇ ਹਾਂ, ਉਹ ਚਾਹੇ ਹੈਡ ਸੈਕਸ਼ਨ ਦੇ ਅੰਦਰ ਲਿਖ ਲਈਏ ਜਾਂ ਬਾਡੀ ਸੈਕਸ਼ਨ ਦੇ ਅੰਦਰ। So console is also used for debugging of your JavaScript code। JavaScript ਦੇ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਅਸੀਂ ਕੋਈ ਐਰਰ ਫਾਈਂਡ ਆਊਟ ਕਰਨਾ ਹੈ ਉਸ ਟਾਈਮ ਤੇ ਅਸੀਂ ਕੰਸੋਲ ਦੀ ਯੂਜ਼ ਕਰਾਂਗੇ। ਸੋ ਇਹ ਹੋ ਗਿਆ ਕਿ ਅਸੀਂ JavaScript ਦਾ ਕੋਡ ਹੈਡ ਸੈਕਸ਼ਨ 'ਚ ਲਿਖਿਆ। Now in the same way we can cut this code and write this code in the body section। ਅਗਰ ਇਸ ਕੋਡ ਨੂੰ ਅਸੀਂ ਬੋਡੀ ਸੈਕਸ਼ਨ ਦੇ ਵਿੱਚ ਵੀ ਲਿਖ ਲਈਏ welcome again to JavaScript। ਇਸ ਮੈਸੇਜ ਨੂੰ ਹੁਣ ਦੁਬਾਰਾ ਤੋਂ ਲਿਖ ਰਹੇ ਹਾਂ in the body section। We can write this code in body section as well। और अगर बॉडी सेक्शन ਦੇ ਵਿੱਚ ਲਿਖ ਕੇ ਰਿਫਰੈਸ਼ ਕਰੀਏ even then we will get the same output। ਸੋ ਕੋਈ ਡਿਫਰੈਂਸ ਨਹੀਂ ਹੈ ਅਗਰ ਅਸੀਂ ਜਾਵਾਸਕ੍ਰਿਪਟ ਨੂੰ ਹੈਡ ਸੈਕਸ਼ਨ 'ਚ ਲਿਖ ਰਹੇ ਹਾਂ ਜਾਂ ਬॉडी ਸੈਕਸ਼ਨ ਦੇ ਵਿੱਚ ਲਿਖ ਰਹੇ ਹਾਂ। ਸੋ ਅਗਰ ਅਸੀਂ ਐਕਸਟਰਨਲ ਜਾਵਾਸਕ੍ਰਿਪਟ ਦੀ ਫਾਈਲ ਇੱਕ ਸੈਪਰੇਟ ਜਾਵਾਸਕ੍ਰਿਪਟ ਦੀ ਫਾਈਲ ਬਣਾਉਣੀ ਹੈ ਤਾਂ ਉਸ ਦੇ ਲਈ ਸਾਨੂੰ ਇੱਕ ਨਵੀਂ ਫਾਈਲ ਕ੍ਰੀਏਟ ਕਰਨੀ ਪਏਗੀ। ਸੋ ਲੈਟਸ ਕ੍ਰੀਏਟ ਅ ਨਿਊ ਫਾਈਲ ਜਿਸ ਦੀ ਕਿ ਐਕਸਟੈਂਸ਼ਨ ਹੋਏਗੀ .js। So let's assume this is my first script script1.js। ਸੋ ਇਹ ਸਾਡੀ ਫਾਈਲ ਹੋਗੀ ਔਰ ਇਸ ਦੇ ਅੰਦਰ ਅਸੀਂ ਡਾਇਰੈਕਟਲੀ ਜਾਵਾਸਕ੍ਰਿਪਟ ਦਾ ਕੋਡ ਲਿਖਾਂਗੇ। For example welcome to external JavaScript। ਸੋ ਇਸੇ ਤਰੀਕੇ ਦੇ ਨਾਲ ਅਸੀਂ alert ਦੇ ਅੰਦਰ ਆਪਣਾ ਮੈਸੇਜ ਟਾਈਪ ਕਰਾਂਗੇ then we will save this file but these two files are not linked।
ਇਹਨਾਂ ਨੂੰ ਲਿੰਕ ਕਰਨ ਦੇ ਲਈ ਜਿਸ ਤਰ੍ਹਾਂ ਅਸੀਂ CSS ਨੂੰ ਅਗਰ ਐਕਸਟਰਨਲ CSS ਬਣਾਉਂਦੇ ਸੀ ਤਾਂ ਸਾਨੂੰ ਲਿੰਕ ਕਰਨਾ ਪੈਂਦਾ ਸੀ ਇਨ ਦ ਸੇਮ ਵੇ ਵੀ ਹੈਵ ਟੂ ਲਿੰਕ ਆਰ ਫਾਈਲ ਸੋ ਇਸ ਨੂੰ ਲਿੰਕ ਕਰਨ ਲਈ ਅਸੀਂ ਸਕ੍ਰਿਪਟ ਟੈਗ ਦੇ ਨਾਲ ਹੀ src ਦੇ ਵਿੱਚ ਸੋਰਸ ਸਪੈਸੀਫਾਈ ਕਰਾਂਗੇ that where your external javascript file is so script1.js this is your external file this is how you can link so ਇਸ ਤਰੀਕੇ ਨਾਲ ਅਸੀਂ ਆਪਣੀ ਫਾਈਲਸ ਨੂੰ ਲਿੰਕ ਕਰ ਸਕਦੇ ਹਾਂ now let's execute our page and see the output now welcome to external javascript so this is how your external javascript code is written I hope this is clear that where to write internal code and where to write external code. Internal code लिखन दे लिए तुसी head section दे अंदर script tag use करोगे और you can write the code in body section. For writing the external JavaScript असी script file एक separately file बनावांगे जिसनु .js दे नाल save करांगे. We have to link these files और linking करन दे लिए असी script tag use करांगे. I hope कि तुसी कोई भी JavaScript दी file बना के देखोगे और उसनु console दे विच इंटरनल जावास्क्रिप्ट और एक्सटर्नल जावास्क्रिप्ट ये तीनों मैथड्स दे नाल जावास्क्रिप्ट दी वन लाइन कोड नू एग्जीक्यूट करके देखोगे दैट्स ऑल फॉर दिस लेसन और अगर ये तुहानू समझ आ गया प्लीज हिट द लाइक बटन एंड सब्सक्राइब टू माय चैनल थैंक यू